ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਈਟੀਟੀ 5994 ਦੀ ਭਰਤੀ ਨੂੰ ਲੈ ਕੇ। ਯੂਨੀਅਨ ਨੇ 5994 ਦੀ ਭਰਤੀ ਨੂੰ ਲੈ ਕੇ ਕੀ ਕਿਹਾ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ। ਪਲੱਸ ਇਹ ਵੀ ਦੇਖਾਂਗੇ ਕਿ ਜਿਹੜੀ 5994 ਦੀਆਂ ਪੋਸਟਾਂ ਆਊਟ ਹੋਣੀਆਂ ਨੇ ਈਟੀਟੀ ਦੀਆਂ, ਉਸ ਦੇ ਲਈ BA ਜ਼ਰੂਰੀ ਹੈ ਜਾਂ ਨਹੀਂ, ਤੇ ਜੇਕਰ BA ਜ਼ਰੂਰੀ ਹੈ ਤਾਂ ਕਿੰਨੇ ਕੈਂਡੀਡੇਟਸ ਦੇ ਲਈ ਜ਼ਰੂਰੀ ਹੈ, ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ, ਉਹ ਵੀ ਆਪਾਂ ਦੇਖਾਂਗੇ। ਤਾਂ ਇਸ ਕਰਕੇ ਵੀਡੀਓ ਨੂੰ ਜ਼ਰੂਰ ਪੂਰਾ ਐਂਡ ਤੱਕ ਦੇਖਿਓ ਤਾਂ ਕਿ ਫਿਰ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਾ ਬਚੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਯੂਨੀਅਨ ਨੇ 5994 ਦੀ ਭਰਤੀ ਨੂੰ ਲੈ ਕੇ ਕੀ ਕਿਹਾ। ਜ਼ਰੂਰ ਭੇਜੋ ਤਾਂ ਜੋ ਆਪਾਂ 2364 ਭਰਤੀ ਨੂੰ ਵੀ ਬਚਾ ਸਕੀਏ, 6635 ਨੂੰ ਵੀ ਜਿਹੜਾ ਉਹ ਬਚਾ ਸਕੀਏ। ਤਾਂ ਇੱਕ ਗੱਲ ਇਹ ਵੀ ਹੈ ਕਿ ਆਪਾਂ ਜਿਹੜੀ 5994 ਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਲੈਣਾ ਹੈ ਉਹ ਆਪਾਂ ਜਿਹੜੀ ਸਾਥੀਓ ਸਰਕਾਰਾਂ ਆਉਂਦੀਆਂ ਨੇ ਰੂਲ ਚੇਂਜ ਕਰਦੀਆਂ ਨੇ, ਪਰ ਨਹੀਂ, ਆਪਾਂ 1 ਅਪ੍ਰੈਲ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਲੈਣਾ ਕਿ +2 ਵਾਲਿਆਂ ਨੂੰ ਆਪਣੇ ਸਾਥੀ ਜਿਹੜੇ ਹੈਗੇ ਨੇ ਉਹ ਇਸ ਦੇ ਵਿੱਚ ਜਿਹੜਾ ਉਹ ਕੰਸੀਡਰ ਹੋ ਸਕਣ। ਦੂਸਰੀ ਤੁਸੀਂ ਦੇਖ ਚੁੱਕੇ ਹੋ ਕਿ ਯੂਨੀਅਨ ਦੇ ਪ੍ਰਧਾਨ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ 5994 ਦੀ ਭਰਤੀ ਦਾ ਨੋਟੀਫਿਕੇਸ਼ਨ ਹੈ ਉਹ 1 ਅਪ੍ਰੈਲ 2022 ਤੋਂ ਪਹਿਲਾਂ ਆਊਟ ਕਰਾ ਲਿਆ ਜਾਏਗਾ। ਦੇਖੋ ਆਪਾਂ ਨੂੰ ਪਤਾ ਹੈ ਕਿ 5994 ਦੀ ਜਿਹੜੀ ਭਰਤੀ ਹੈ ਉਸ ਦਾ ਨੋਟੀਫਿਕੇਸ਼ਨ 1 ਅਪ੍ਰੈਲ ਤੋਂ ਪਹਿਲਾਂ ਆਊਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਕਿਉਂ ਜ਼ਰੂਰੀ ਹੈ ਇਸ ਦੀ ਵੀ ਆਪਾਂ ਅੱਗੇ ਗੱਲ ਕਰਾਂਗੇ, ਠੀਕ ਹੈ। ਤਾਂ ਹੁਣ ਪਹਿਲਾਂ ਆਪਾਂ ਦੇਖਦੇ ਹਾਂ ਜੀ ਕਿ ਜਿਹੜੀ 5994 ਭਰਤੀ ਹੈ ਉਸ ਦੇ ਲਈ BA ਜ਼ਰੂਰੀ ਹੈ ਜਾਂ ਨਹੀਂ, ਠੀਕ ਹੈ। ਤਾਂ ਦੇਖੋ ਜਿਹੜਾ ਸਕਰੀਨ ਤੇ ਤੁਸੀਂ ਨੋਟੀਫਿਕੇਸ਼ਨ ਦੇਖ ਰਹੇ ਹੋ ਇਸ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਦੇਖੋ ਲਾਸਟ ਟਾਈਮ ਜਦੋਂ ਆਪਣੀ ਕੈਬਨਿਟ ਮੀਟਿੰਗ ਹੋਈ ਸੀ ਪੰਜਾਬ ਦੀ, ਠੀਕ ਹੈ, ਉਸ ਦੇ ਵਿੱਚ ਜਿਹੜੀਆਂ ਨੇ ਸਾਰੀ ਹੀ ਪੋਸਟਾਂ ਨੂੰ ਲੈ ਕੇ, ਚਾਹੇ ਉਹ ETT ਕੈਡਰ ਦੀਆਂ ਹੋਣ, ਮਾਸਟਰ ਕੈਡਰ ਦੀਆਂ ਹੋਣ ਜਾਂ ਕੋਈ ਵੀ ਹੋਣ, ਠੀਕ ਹੈ, ਤਾਂ ਉਹਦੇ ਵਿੱਚ ਜਿਹੜੀਆਂ ਨੇ ਸਰਵਿਸ ਰੂਲਸ ਦੇ ਅਕੋਰਡਿੰਗ ਅਮੈਂਡਮੈਂਟ ਕੀਤੀਆਂ ਗਈਆਂ ਸਨ। ਤਾਂ ਇਸੇ ਤਰ੍ਹਾਂ ਜਿਹੜੀ ETT ਦੀ ਪੋਸਟਾਂ ਹੁੰਦੀਆਂ ਨੇ ਉਸ ਦੇ ਰਿਲੇਟਿਡ ਵੀ ਜਿਹੜੀ ਕੁਆਲੀਫਿਕੇਸ਼ਨ 'ਚ ਤਬਦੀਲੀ ਕੀਤੀ ਗਈ ਸੀ, ਠੀਕ ਹੈ। ਸਰਵਿਸ ਰੂਲਸ ਦੇ ਅਕੋਰਡਿੰਗ ਕੀ ਤਬਦੀਲੀ ਕੀਤੀ ਗਈ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਹ ਤੁਸੀਂ ਨੋਟੀਫਿਕੇਸ਼ਨ ਉੱਪਰ ਪੜ੍ਹ ਸਕਦੇ ਹੋ, ਗਵਰਨਮੈਂਟ ਆਫ ਪੰਜਾਬ, ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ, ਠੀਕ ਹੈ। ਜੇਕਰ ਆਪਾਂ ਇਸ ਨੂੰ ਅੱਗੇ ਦੇਖਦੇ ਹਾਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਐਲੀਮੈਂਟਰੀ ਐਜੂਕੇਸ਼ਨ ਟੀਚਿੰਗ ਕੈਡਰ, ਠੀਕ ਹੈ। ਲਾਸਟ ਲਾਈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਲੀਮੈਂਟਰੀ ਟੀਚਿੰਗ ਕੈਡਰ ਲਿਖਿਆ ਹੋਇਆ ਲਾਸਟ ਲਾਈਨ ਦੇ ਵਿੱਚ, ਠੀਕ ਹੈ। ਮਤਲਬ ਕਿ ETT ਦੇ ਟੀਚਰਾਂ ਦੇ ਲਈ ਜਿਹੜੀ ਵੀ ਤਬਦੀਲੀ ਕੀਤੀ ਗਈ ਹੈ ਉਸ ਦੀ ਗੱਲ ਕੀਤੀ ਗਈ ਹੈ। ਤਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਫਸਟ ਰੂਲ ਲਿਖਿਆ ਹੋਇਆ, ਦਿਸ ਰੂਲਸ ਮੇ ਬੀ ਕਾਲਡ ਦ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ, ਠੀਕ ਹੈ। ਗਰੁੱਪ C ਮਤਲਬ ਕਿ ETT ਕੈਡਰਸ ਦੀ ਜਿਹੜੀ ਹੈ ਭਰਤੀ ਹੈ ਉਸ ਦੇ ਰਿਗਾਰਡਿੰਗ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ, ਠੀਕ ਹੈ। ਕੀ ਕਿਹਾ ਗਿਆ ਇਸ ਦੇ ਵਿੱਚ ਦੇਖੋ ਲਾਸਟ ਲਾਈਨ ਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ ਇੱਥੇ ਇੱਕ ਪੁਆਇੰਟ ਮੈਂਸ਼ਨ ਕੀਤਾ ਗਿਆ ਹੈ, no person shall be appointed to the service by the way of direct recruitment, ਠੀਕ ਹੈ। ਕਿ ਕੋਈ ਵੀ ਸਿੱਧੀ ਭਰਤੀ ਨਹੀਂ ਹੁੰਦੀ ETT ਦੇ ਟੀਚਰਾਂ ਦੀ। ਇਸ ਦੇ ਲਈ ਜਿਹੜੀ ਹੈ ਇੱਕ ਸਪੈਸੀਫਾਈਡ ਬਾਈ ਦਾ ਡਾਇਰੈਕਟਰ ਫਰੋਮ ਟਾਈਮ ਟੂ ਟਾਈਮ the final selection of candidates shall be on the basis of our their merit in the said written examination, ਠੀਕ ਹੈ। ਦੇਖੋ ਜਿਹੜਾ ਆਪਣੇ ਕੋਲ ਘੱਟੋ ਘੱਟ ਜਿਹੜਾ PS TET 1 ਕਲੀਅਰ ਹੋਣਾ ਚਾਹੀਦਾ ETT ਦੇ ਕੈਡਰ ਦੇ ਲਈ, ਠੀਕ ਹੈ। ਪਲੱਸ ਜਿਹੜਾ ਹੁਣ ਸੈਕਿੰਡ ਐਗਜ਼ਾਮ ਹੁੰਦਾ ਹੈ ਆਪਾਂ ਨੂੰ ਪਤਾ ਜਿੱਦਾਂ 66-35 ਦਾ ਪੇਪਰ ਹੋਇਆ ਸੀ, 23-24 ਦਾ ਪੇਪਰ ਹੋਇਆ ਸੀ, ਠੀਕ ਹੈ। ਉਸ ਦੇ ਪੇਪਰ ਦੇ ਬਿਹਾਫ 'ਤੇ ਜਿਹੜੀ ਮੈਰਿਟ ਬਣਦੀ ਹੈ, ਠੀਕ ਹੈ, ਉਸ ਦੇ ਅਕੋਰਡਿੰਗ ਜਿਹੜੀ ਹੈ ਭਰਤੀ ਕਵਰ ਹੋਏਗੀ, ਮਤਲਬ ਕਿ ਭਰਤੀ ਪੂਰੀ ਕੀਤੀ ਜਾਵੇਗੀ। ਇਸ ਪੁਆਇੰਟ ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ, ਠੀਕ ਹੈ। ਮਤਲਬ ਕਿ ਪਹਿਲੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ PS TET, ਸੈਕਿੰਡ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਜਿਹੜਾ ਸੈਕਿੰਡ ਪੇਪਰ ਹੁੰਦਾ ਹੈ ਉਸ ਦੀ ਜਿਹੜੀ ਫਾਈਨਲ ਮੈਰਿਟ ਲਿਸਟ ਬਣਦੀ ਹੈ ਉਸ ਦੇ ਅਕੋਰਡਿੰਗ ਹੀ ਜਿਹੜੀ ਹੈ ਭਰਤੀ ਕੰਪਲੀਟ ਹੋਵੇਗੀ। ਤੇ ਲਾਸਟ ਦੇ ਵਿੱਚ ਇੱਕ ਪੁਆਇੰਟ ਮੈਂਸ਼ਨ ਕੀਤਾ ਗਿਆ, ਦੇਅਰ ਸ਼ੈਲ ਬੀ ਨੋ ਮਾਰਕਸ ਆਫ ਵਾਈਵਾ ਵੋਇਸ ਜਾਂ ਇੰਟਰਵਿਊ, ਠੀਕ ਹੈ। ਮਤਲਬ ਕਿ ਕੋਈ ਵੀ ਇੰਟਰਵਿਊ ਜਾਂ ਕੋਈ ਵੀ ਵਾਈਵਾ ਵੋਇਸ ਨਹੀਂ ਹੋਏਗਾ, ਠੀਕ ਹੈ। ਮਤਲਬ ਕਿ ਆਪਾਂ ਨੇ ਸਿਰਫ ਔਰ ਸਿਰਫ PS TET 1 ਹੋਵੇ ਆਪਣੇ ਕੋਲ, ਪਲੱਸ ਆਪਣੇ ਮਾਰਕਸ ਵਧੀਆ ਹੋਣ ਸੈਕਿੰਡ ਐਗਜ਼ਾਮ ਦੇ ਵਿੱਚ। ਉਸ ਤੋਂ ਬਾਅਦ ਆਉਂਦੀ ਹੈ ਗੱਲ BA ਦੀ, BA ਜ਼ਰੂਰੀ ਹੈ ਜਾਂ ਨਹੀਂ। ਤਾਂ ਇੱਥੇ ਜੇਕਰ ਤੁਸੀਂ ਦੇਖੋ ਨੋਟੀਫਿਕੇਸ਼ਨ ਦੇ ਐਲੀਮੈਂਟਰੀ 100 ਟ੍ਰੇਨਡ ਪਰਸਨ ਟੀਚਰ, ਠੀਕ ਹੈ, ਮਤਲਬ ਕਿ ETT ਟੀਚਰਾਂ ਦੀ ਗੱਲ ਕੀਤੀ ਗਈ ਹੈ। ਤਾਂ ਇੱਥੇ ਤੁਸੀਂ ਪੁਆਇੰਟ ਪੜ੍ਹ ਸਕਦੇ ਹੋ, ਸ਼ੁੱਡ ਹੈਵ ਪਾਸਡ ਗ੍ਰੈਜੂਏਸ਼ਨ ਵਿਦ ਮਿਨੀਮਮ 55% ਮਾਰਕਸ ਇਨ ਕੇਸ ਆਫ ਜਨਰਲ ਕੈਟੇਗਰੀ। ਦੇਖੋ ਜਿਹੜੀ ਜਨਰਲ ਕੈਟੇਗਰੀ ਹੈ ਉਸ ਦੇ ਲਈ 55% ਦੇ ਵਿੱਚ ਜਿਹੜੀ ਹੈ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਠੀਕ ਹੈ। ਐਂਡ 50% ਮਾਰਕਸ ਇਨ ਦ ਸ਼ਡਿਊਲਡ ਕਾਸਟ, ਜਿਹੜੇ SC ST ਦੇ ਜਿਹੜੇ ਕੈਂਡੀਡੇਟ ਨੇ ਜਾਂ ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟ ਨੇ, ਠੀਕ ਹੈ, ਜਾਂ BC ਕੈਟੇਗਰੀ ਦੇ ਨੇ, ਉਹਨਾਂ ਸਾਰੇ ਕੈਂਡੀਡੇਟਸ ਦੇ ਲਈ ਜਿਹੜੀ ਹੈ 50% ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਪੁਆਇੰਟ ਇਸ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਗਿਆ ETT ਦੇ ਟੀਚਰਾਂ ਦੇ ਲਈ ਕਿ ਜਿਹੜੀ 55% ਹੈ ਜਨਰਲ ਲਈ ਹੋਵੇ, 50% ਹੈ ਜਿਹੜੀ ਉਹ ਆਪਣੀ ਬੈਕਵਰਡ ਕਲਾਸਿਸ ਹੋ ਗਿਆ, SC ST ਹੋ ਗਿਆ, ਇਹਨਾਂ ਦੇ ਲਈ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜੇ ਆਪਾਂ ਅੱਗੇ ਦੇਖਦੇ ਹਾਂ ਇਸ ਨੋਟੀਫਿਕੇਸ਼ਨ ਨੂੰ ਤਾਂ ਇਸ ਦੇ ਵਿੱਚ ਅੱਗੇ ਜਾ ਕੇ ਇੱਕ ਹੋਰ ਪੁਆਇੰਟ ਮੈਂਸ਼ਨ ਕੀਤਾ ਗਿਆ, ਪ੍ਰੋਵਾਈਡਡ ਦੈਟ ਦ ਕੈਂਡੀਡੇਟਸ ਹੂ ਹੈਵ ਡਨ ਔਰ ਡੂਇੰਗ ਦ ਐਲੀਮੈਂਟਰੀ ਟੀਚਰ ਟ੍ਰੇਨਿੰਗ ਕੋਰਸ, ਜਿਨ੍ਹਾਂ ਨੇ ETT ਦਾ ਕੋਰਸ ਕੀਤਾ ਹੋਇਆ ਜਾਂ ਫਿਰ ਇੱਥੇ ਪੁਆਇੰਟ ਵਿੱਚ ਮੈਂਸ਼ਨ ਕੀਤਾ ਔਰ ਹੈਵ ਡਨ ਦਿਸ ਕੋਰਸ ਵਿਦ ਅਦਰ ਨੋਮਨੀਕਲਚਰ, ਠੀਕ ਹੈ, ਵਿਦ +2 ਕੁਆਲੀਫਿਕੇਸ਼ਨ। ਦੇਖੋ ਆਪਾਂ ਨੂੰ ਪਤਾ ਹੈ ਕਿ ਜਿਹੜੀ ਪਹਿਲਾਂ ETT ਹੁੰਦੀ ਸੀ ਜਾਂ ਹੁਣ ਵੀ ETT ਹੁੰਦੀ ਹੈ ਉਹ ਆਫਟਰ +2 ਹੁੰਦੀ ਹੈ, ਠੀਕ ਹੈ। ਕੋਈ ਵੀ ਕੈਂਡੀਡੇਟ ਜੇਕਰ +2 ਪਾਸ ਹੈ ਉਸ ਤੋਂ ਬਾਅਦ ਉਹ 2 ਸਾਲ ਦਾ ETT ਦਾ ਡਿਪਲੋਮਾ ਆਰਾਮ ਨਾਲ ਕਰ ਸਕਦਾ ਹੈ, ਠੀਕ ਹੈ। ਤਾਂ ਹੁਣ ਦੇਖੋ ਜਿਹੜੀ ਇਸ ਦੀ ਕੁਆਲੀਫਿਕੇਸ਼ਨ ਦੇ ਵਿੱਚ ਚੇਂਜ ਕੀਤਾ ਗਿਆ ਹੈ
ਤਾਂ ਉਹ ਇਹਨਾਂ ਨੇ ਇਹ ਕਿਹਾ ਗਿਆ ਹੈ ਕਿ ਜਿਹੜੇ ਕੈਂਡੀਡੇਟ +2 ਕੁਆਲੀਫਿਕੇਸ਼ਨ ਵਾਲੇ ਨੇ, ਠੀਕ ਹੈ, ਮਤਲਬ ਕਿ ਜਿਨ੍ਹਾਂ ਨੇ +2 ਤੋਂ ਬਾਅਦ ETT ਕੀਤੀ ਹੈ, ਸ਼ੈਲ ਬੀ ਕੰਸੀਡਰਡ ਫॉर द ਅਪਾਇੰਟਮੈਂਟ ਇਨਟੂ ਦ ਸਰਵਿਸ ਰੂਲ ਅੰਡਰ ਦਿਸ ਰੂਲਸ, ਠੀਕ ਹੈ, ਮਤਲਬ ਕਿ ਇਹਨਾਂ ਸਰਵਿਸ ਰੂਲ ਦੇ ਅਕੋਰਡਿੰਗ ਜਿਹੜੇ ਨੇ +2 ਵਾਲੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ, ਠੀਕ ਹੈ। ਕਦੋਂ ਤੱਕ ਐਲੀਜੀਬਲ ਨੇ ਉਹ ਆਪਾਂ ਅੱਗੇ ਦੇਖਦੇ ਹਾਂ। ਤਾਂ ਜਦੋਂ ਇਸ ਨੂੰ ਆਪਾਂ ਅੱਗੇ ਪੜ੍ਹਦੇ ਹਾਂ ਤਾਂ ਇੱਥੇ ਲਿਖਿਆ ਹੋਇਆ ਹੈ ਫॉर ਅਪਾਇੰਟਮੈਂਟ ਇਨਟੂ ਦ ਸਰਵਿਸ ਅੰਡਰ ਦਿਸ ਰੂਲਸ, ਠੀਕ ਹੈ। ਇਸ ਰੂਲ ਦੇ ਅਕੋਰਡਿੰਗ ਐਲੀਜੀਬਲ ਨੇ ਐਜ਼ ਅ 1 ਟਾਈਮ ਮੈਜ਼ਰ ਟਿਲ ਦ ਫਸਟ ਡੇ ਆਫ ਅਪ੍ਰੈਲ 2022, ਮਤਲਬ ਕਿ 1 ਅਪ੍ਰੈਲ 2022 ਤੱਕ ਜਿਹੜੇ ਕੈਂਡੀਡੇਟਸ ਨੇ ਆਫਟਰ +2 ETT ਕੰਪਲੀਟ ਕੀਤੀ ਹੈ, ਠੀਕ ਹੈ, ਉਹ ਕੈਂਡੀਡੇਟ ਜਿਹੜੇ ਨੇ ਭਰਤੀਆਂ ਦੇ ਵਿੱਚ ਅਪਲਾਈ ਕਰਨ ਲਈ ਐਲੀਜੀਬਲ ਨੇ। in order to remove the hardship of those candidates who have acquired the said qualification under the, ਠੀਕ ਹੈ, ਅੱਗੇ ਲਿਖਿਆ ਗਿਆ ਹੈ ਕਿ ਜੇਕਰ ਕੋਈ ਵੀ ਭਰਤੀ ਆਊਟ ਹੁੰਦੀ ਹੈ, ਦੇਖੋ 1 ਅਪ੍ਰੈਲ 2022 ਤੋਂ ਬਾਅਦ, ਠੀਕ ਹੈ, ਤਾਂ ਉਸ ਦੇ ਲਈ ਜਿਹੜੀ ਹੈ BA ਕੰਪਲਸਰੀ ਮੰਨੀ ਜਾਵੇਗੀ। ਮੰਨ ਲਓ 59-94 ਦਾ ਨੋਟੀਫਿਕੇਸ਼ਨ 1 ਅਪ੍ਰੈਲ ਤੋਂ ਪਹਿਲਾਂ ਆਉਂਦਾ ਹੈ, ਤਾਂ ਉਹ ਸਾਰੇ ਕੈਂਡੀਡੇਟ ਜਿਨ੍ਹਾਂ ਨੇ ਕਿ +2 ਤੋਂ ਬਾਅਦ ਆਪਣੀ ETT ਕੀਤੀ ਹੈ, ਠੀਕ ਹੈ, ਉਹ ਕੈਂਡੀਡੇਟ ਜਿਹੜੇ ਨੇ ਅਪਲਾਈ ਕਰ ਸਕਦੇ ਨੇ ਇਹਨਾਂ ਪੋਸਟਾਂ ਦੇ ਲਈ। ਪਰ ਜੇਕਰ 59-94 ਦਾ ਜਿਹੜਾ ਨੋਟੀਫਿਕੇਸ਼ਨ ਹੈ 1 ਅਪ੍ਰੈਲ ਤੋਂ ਪਹਿਲਾਂ ਨਹੀਂ ਆਉਂਦਾ, 1 ਅਪ੍ਰੈਲ ਤੋਂ ਬਾਅਦ ਆਵੇ, ਤਾਂ ਜਿਹੜੀ ਹੈ ਇਹ BA ਕੰਪਲਸਰੀ ਹੋਵੇਗੀ, ਮਤਲਬ ਕਿ ਉਹ ਕੈਂਡੀਡੇਟ ਜਿਹੜੇ ਨੇ ਉਹਨਾਂ ਲਈ BA ਜ਼ਰੂਰੀ ਹੋ ਜਾਏਗੀ, ਕੀਤੀ ਹੋਣੀ ਚਾਹੀਦੀ ਹੈ, ਤਾਂ ਹੀ ਜਿਹੜੇ ਨੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ, ਠੀਕ ਹੈ। ਤਾਂ ਬਾਕੀ ਇਸ ਜਿਹੜੇ ਇਹ ਰੂਲਸ ਨੇ, ਠੀਕ ਹੈ, ਇਹਨਾਂ ਰੂਲਸ ਨੂੰ ਹੀ ਰੱਦ ਕਰਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਠੀਕ ਹੈ। ਜੇਕਰ ਉਹ ਕੇਸ ਰੱਦ ਹੁੰਦੇ ਨੇ ਤਾਂ ਹਮੇਸ਼ਾ ਦੇ ਲਈ ਜਿਹੜੀ ਹੈ +2 ਹੀ ਮੰਗੀ ਜਾਏਗੀ, ਠੀਕ ਹੈ, ਫਿਰ ਤੁਹਾਡੀ ਗ੍ਰੈਜੂਏਸ਼ਨ ਜਿਹੜੀ ਹੈ ਕੰਪਲਸਰੀ ਨਹੀਂ ਹੋਵੇਗੀ। ਹਾਲਾਂਕਿ ਹਜੇ ਵੀ ਕੰਪਲਸਰੀ ਨਹੀਂ ਹੈਗੀ 1 ਅਪ੍ਰੈਲ 2022 ਤੱਕ, ਠੀਕ ਹੈ। ਤਾਂ ਆਪਾਂ ਉਮੀਦ ਕਰਦੇ ਹਾਂ ਕਿ 1 ਅਪ੍ਰੈਲ 2022 ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆਊਟ ਹੋ ਜਾਵੇ ਤਾਂ ਸਾਰਿਆਂ ਦੇ ਲਈ ਫਾਇਦੇਮੰਦ ਰਹੇਗਾ ਤੇ ਸਾਰੇ ਹੀ ਕੈਂਡੀਡੇਟ ਜਿਹੜੇ ਨੇ ਫਿਰ ਅਪਲਾਈ ਕਰ ਪਾਉਣਗੇ, ਠੀਕ ਹੈ। ਉਸ ਤੋਂ ਬਾਅਦ ਜੇ ਅੱਗੇ ਦੇਖਦੇ ਹਾਂ ਇਸ ਨੋਟੀਫਿਕੇਸ਼ਨ ਨੂੰ, ਤਾਂ ਇੱਥੇ ਇੱਕ ਹੋਰ ਪੁਆਇੰਟ ਜਿਹੜਾ ਮੈਂਸ਼ਨ ਕੀਤਾ ਗਿਆ ਲਾਸਟ ਦੇ ਵਿੱਚ, ਜਿਸ ਦੇ ਵਿੱਚ ਲਿਖਿਆ ਗਿਆ ਕਿ ਸ਼ੁੱਡ ਪਾਸਿਸ 2 years ਡਿਪਲੋਮਾ ਟ੍ਰੇਨਿੰਗ ਕੋਰਸ ਐਲੀਮੈਂਟਰੀ, ਮਤਲਬ ਐਲੀਮੈਂਟਰੀ ਟੀਚਰ ਦਾ ਜਿਹੜਾ ਟ੍ਰੇਨਿੰਗ ਦਾ ਕੋਰਸ ਹੁੰਦਾ ਹੈ, ਜਿਹਨੂੰ ਕਿ ETT ਕਹਿ ਦਿੰਦੇ ਹੁੰਦੇ ਆ, ਠੀਕ ਹੈ, ਆਪਾਂ ਜਾਂ BSTC ਕਹਿੰਦੇ ਨੇ, ਜਾਂ ਕਈ ਜਗ੍ਹਾ ਉਸਨੂੰ JBT ਜਾਂ DLED ਕਹਿੰਦੇ ਨੇ, ਠੀਕ ਹੈ। ਇਹ ਵਾਲਾ ਜਿਹੜਾ ਕੋਰਸ ਹੈ ਇਹ ਕੰਪਲੀਟ ਹੋਣਾ ਚਾਹੀਦਾ ਹੈ, ਠੀਕ ਹੈ। ਤਾਂ ਜਿਹੜਾ ETT ਦਾ ਡਿਪਲੋਮਾ ਹੈ ਉਹ ਕੀਤਾ ਹੋਣਾ ਚਾਹੀਦਾ, ਤੁਸੀਂ ਇੱਥੇ ਪੜ੍ਹ ਸਕਦੇ ਹੋ 2 years ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ, ਮਤਲਬ ਕਿ ਸਾਰੇ ਹੀ ਕੈਂਡੀਡੇਟਸ ਦੇ ਲਈ। ਦੇਖੋ ਇਸ ਦੇ ਵਿੱਚ ਇੱਕ ਗੱਲ ਮੈਂਸ਼ਨ ਕੀਤੀ ਗਈ ਹੈ ਕਿ ETT ਦਾ ਹੋਣਾ ਜ਼ਰੂਰੀ ਹੈ, ਠੀਕ ਹੈ। ਇਹ ਨਾ ਸੋਚੋ ਕਿ ਇਸ ਦੇ ਵਿੱਚ ਇਕੱਲੀ BA ਚੱਲ ਜਾਏਗੀ, ਤਾਂ BA ਨਹੀਂ ਚੱਲਣੀ ਹੈਗੀ, ਠੀਕ ਹੈ। ETT ਦਾ ਡਿਪਲੋਮਾ ਕੰਪਲੀਟ ਹੋਣਾ ਚਾਹੀਦਾ ਹੈ, ਸਪੈਸ਼ਲ ਤੌਰ 'ਤੇ ਇੱਥੇ ਇਹ ਪੁਆਇੰਟ ਮੈਂਸ਼ਨ ਕੀਤਾ ਗਿਆ ਹੈ, ਠੀਕ ਹੈ। ਤਾਂ ਹੁਣ ਦੇਖੋ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਗਏ ਹੋਣੇ, ਇੱਕ ਵਾਰੀ ਮੈਂ ਸਾਰਾ ਤੁਹਾਨੂੰ ਰਿਵੀਜ਼ਨ ਦੇ ਤੌਰ 'ਤੇ ਕਵਰ ਕਰਾ ਦਿੰਦੀ ਹਾਂ। ਦੇਖੋ ਆਪਣੇ ਲਈ ਜਿਹੜੀ ਹੈ PSET 1 ਕਲੀਅਰ ਹੋਣਾ ਚਾਹੀਦਾ ETT ਦੀ ਜੋਬ ਦੇ ਲਈ, ਠੀਕ ਹੈ, ਪਲੱਸ ਜਿਹੜੀ ETT ਹੈ ਉਹ ਕੰਪਲੀਟ ਹੋਣੀ ਚਾਹੀਦੀ ਹੈ, ਤੇ ਜਿਹੜੀ BA ਹੈ ਉਸਦੇ ਜਿਹੜੀ ਛੂਟ ਹੈ, BA ਦੀ ਛੂਟ ਜਿਹੜੀ ਆ ਉਹ ਸਾਰੇ ਹੀ ਕੈਂਡੀਡੇਟਸ ਨੂੰ ਸਿਰਫ ਉਦੋਂ ਤੱਕ ਮਿਲੇਗੀ, ਕਦੋਂ ਤੱਕ 1 ਅਪ੍ਰੈਲ 2022 ਤੱਕ, ਠੀਕ ਹੈ। 1 ਅਪ੍ਰੈਲ 2022 ਤੋਂ ਪਹਿਲਾਂ ਕੋਈ ਵੀ ETT ਦੀ ਪੋਸਟਾਂ ਆਊਟ ਹੁੰਦੀਆਂ ਨੇ ਤਾਂ ਉਸ ਦੇ ਲਈ ਜਿਹੜੀ ਹੈ BA ਜ਼ਰੂਰੀ ਨਹੀਂ ਹੋਵੇਗੀ, ਲੇਕਿਨ ਜੇਕਰ ਕੋਈ ਵੀ ਨੋਟੀਫਿਕੇਸ਼ਨ ETT ਦਾ 1 ਅਪ੍ਰੈਲ 2022 ਤੋਂ ਬਾਅਦ ਆਉਂਦਾ ਹੈ ਤਾਂ ਉਸ ਦੇ ਲਈ ਜਿਹੜੀ ਹੈ ਗ੍ਰੈਜੂਏਸ਼ਨ ਕੰਪਲਸਰੀ ਹੋਵੇਗੀ, ਠੀਕ ਹੈ। ਤਾਂ ਉਮੀਦ ਕਰਦੀ ਹਾਂ ਕਿ ਤੁਹਾਡਾ ਇਹ ਜਿਹੜਾ ਡਾਊਟ ਹੈ ਉਹ ਕਲੀਅਰ ਹੋ ਗਿਆ ਹੋਵੇਗਾ। ਬਾਕੀ ਦੇਖੋ ਤੁਸੀਂ ਫਿਕਰ ਨਾ ਕਰੋ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ, ਜਿਹਦੇ ਵਿੱਚ ਕਿ ਜਿਹੜੀ BA ਹੈ ਉਹ ਵੀ ਕੈਂਸਲ ਹੋ ਜਾਏਗੀ, ਠੀਕ ਹੈ। ਉਹ ਜਿਹੜਾ NCT ਦੇ ਰੂਲਸ ਰੱਦ ਕਰਾ ਰਹੇ ਨੇ, ਜਿਹਦੇ ਵਿੱਚ ਕਿ B.Ed ਨੂੰ ETT ਦੇ ਬਰਾਬਰ ਵਿਚਾਰਿਆ ਜਾ ਰਿਹਾ, ਜਾਂ ਆਪਾਂ ਕਹਿ ਸਕਦੇ ਹਾਂ BA ਕੰਪਲਸਰੀ ਹੈ, ਤਾਂ ਉਹ ਚੀਜ਼ਾਂ ਨੂੰ ਜਿਹੜਾ ਖਤਮ ਕਰਾਉਣ ਦੇ ਲਈ ਕੇਸ ਚੱਲ ਰਿਹਾ, ਠੀਕ ਹੈ। ਤਾਂ ਆਪਾਂ ਆਪਣੇ ਵੱਲੋਂ ਤਾਂ ਪੋਜ਼ੀਟਿਵ ਲੈ ਕੇ ਚੱਲਾਂਗੇ ਹਰੇਕ ਚੀਜ਼ ਨੂੰ। ਬਾਕੀ ਕੋਈ ਵੀ ਆਫੀਸ਼ੀਅਲ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਦੱਸ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨਾਲ ਨਹੀਂ ਜੁੜੇ ਹੈਗੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ, ਤੁਸੀਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜ ਜਾਓ, ਠੀਕ ਹੈ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਚੈਨਲ 'ਤੇ ਨਵੇਂ ਹੋ, ਤੁਹਾਨੂੰ ਬਹੁਤ ਸਾਰੀ ਹੈਲਪਫੁਲ ਜਿਹੜੀ ਵੀਡੀਓਜ਼ ਨੇ ਇਸ ਚੈਨਲ 'ਤੇ ਮਿਲਦੀਆਂ ਰਹਿਣਗੀਆਂ, ਠੀਕ ਹੈ। ਦੇਖੋ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਡਾ ਸਾਰਾ ਡਾਊਟ ਕਲੀਅਰ ਕਰ ਦੇਵਾਂ, ਠੀਕ ਹੈ, BA ਨੂੰ ਲੈ ਕੇ ਜਾਂ ETT ਨੂੰ ਲੈ ਕੇ। ਫਿਰ ਵੀ ਜੇਕਰ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਤੇ ਇਹੀ ਸੀਗੀ ਅੱਜ ਦੀ ਵੀਡੀਓ। ਜੇਕਰ ਵੀਡੀਓ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦੇਣਾ, ਕੋਈ ਵੀ ਡਾਊਟ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ, ਠੀਕ ਹੈ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ, ਥੈਂਕ ਯੂ।